ਅਸੀਂ 6 ਭੈਣਾਂ ਸੀ। ਸਾਡੀ ਮਾਂ ਵਿਧਵਾ ਸੀ ਤੇ ਉਹ ਘਰ ਵਿੱਚ ਹੀ ਰਹਿੰਦੀ ਸੀ, ਪਰ ਮੈਂ ਪਰੇਸ਼ਾਨ ਹੋ ਜਾਂਦੀ ਜਦ ਮਾਂ ਆਪਣਾ ਸਿਰਹਾਣਾ ਚੱਕਦੀ ਤਾਂ ਉਸ ਦੇ ਨੀਚੇ ਹਜ਼ਾਰਾਂ ਦੇ ਨੋਟ ਨਿਕਲਦੇ। ਮੇਰੀ ਮਾਂ ਤਾਂ ਕਿਤੇ ਆਉਂਦੀ ਜਾਂਦੀ ਵੀ ਨਹੀਂ ਸੀ ਤੇ ਘਰ ਵਿੱਚ ਕੋਈ ਕਮਾਉਣ ਵਾਲਾ ਵੀ ਨਹੀਂ ਸੀ, ਤਾਂ ਇਹ ਨੋਟ ਕਿੱਥੋਂ ਆਉਂਦੇ? ਮਾਂ ਕਹਿੰਦੀ, ਜਿਸ ਦਾ ਕੋਈ ਨਹੀਂ ਹੁੰਦਾ ਉਸ ਦੀ ਮਦਦ ਰੱਬ ਕਰਦਾ ਹੈ। ਮੈਂ ਮਾਂ ਦਾ ਰਾਜ਼ ਜਾਣਨਾ ਚਾਹੁੰਦੀ ਸੀ ਕਿਉਂਕਿ ਮੈਂ ਸਭ ਭੈਣਾਂ ਤੋਂ ਵੱਡੀ ਸੀ। ਮੈਨੂੰ ਮਾਂ 'ਤੇ ਥੋੜ੍ਹਾ ਸ਼ੱਕ ਸੀ। ਇੱਕ ਦਿਨ ਮੈਂ ਸਕੂਲ ਦੀ ਛੁੱਟੀ ਕਰਕੇ ਘਰ ਵਿੱਚ ਹੀ ਲੁਕ ਕੇ ਬੈਠ ਗਈ। ਠੀਕ 10 ਮਿੰਟ ਬਾਅਦ ਜੋ ਮੈਂ ਦੇਖਿਆ ਉਸ ਨੂੰ ਦੇਖ ਕੇ ਮੇਰੀ ਰੂਹ ਕੰਬ ਗਈ, ਕਿਉਂਕਿ ਪੂਰੇ 40। ਅੱਜ ਜਦ ਮੇਰੀ ਛੋਟੀ ਭੈਣ ਸਕੂਲ ਜਾਣ ਲੱਗੀ ਤਾਂ ਉਸਨੇ ਹੰਗਾਮਾ ਖੜਾ ਕਰ ਦਿੱਤਾ। ਉਹ ਕਹਿਣ ਲੱਗੀ ਕਿ ਸਾਡੇ ਸਕੂਲ ਵਿੱਚ ਪਾਰਟੀ ਹੈ, ਮੈਨੂੰ ਪੈਸੇ ਚਾਹੀਦੇ ਹਨ। ਮੈਂ ਉਸਨੂੰ ਸਮਝਾਉਣ ਲੱਗੀ ਕਿ ਤੂੰ ਮਾਂ ਨੂੰ ਇਸ ਬਾਰੇ ਕੁਝ ਨਾ ਕਹੀਂ, ਬਿਨਾਂ ਵਜ੍ਹਾ ਮਾਂ ਨੂੰ ਤਕਲੀਫ ਹੋਵੇਗੀ। ਪਰ ਜੇ ਉਹ ਸਮਝਣ ਦੀ ਕੋਸ਼ਿਸ਼ ਕਰੇ ਤਾਂ ਨਾ। ਉਹ ਮਾਂ ਤੋਂ ਪੈਸੇ ਮੰਗਣ ਲੱਗੀ ਤਾਂ ਮਾਂ ਨੇ ਸਿਰਹਾਣਾ ਚੁੱਕ ਕੇ ਬਹੁਤ ਸਾਰੇ ਪੈਸੇ ਕੱਢੇ ਤੇ ਹਜ਼ਾਰ ਦੇ 2 ਨੋਟ ਉਸਦੇ ਹੱਥ 'ਤੇ ਧਰ ਦਿੱਤੇ। ਮੈਂ ਬਹੁਤ ਜ਼ਿਆਦਾ ਹੈਰਾਨ ਹੋਈ ਕਿ ਮਾਂ ਕੋਲ ਇੰਨੀ ਜਲਦੀ ਇੰਨੇ ਪੈਸੇ ਕਿੱਥੋਂ ਆ ਗਏ। ਹਾਲੇ 2 ਦਿਨ ਪਹਿਲਾਂ ਤਾਂ ਸਾਡੇ ਘਰ ਵਿੱਚ ਖਾਣ ਨੂੰ ਕੁਝ ਵੀ ਨਹੀਂ ਸੀ। ਛੋਟੀ ਭੈਣ ਦੇ ਜਾਣ ਤੋਂ ਬਾਅਦ ਮੈਂ ਮਾਂ ਕੋਲ ਜਾ ਕੇ ਬੈਠ ਗਈ ਤੇ ਉਹਨਾਂ ਤੋਂ ਇਹ ਜਾਣਨ ਦੀ ਕੋਸ਼ਿਸ਼ ਕਰਨ ਲੱਗੀ ਕਿ ਮਾਂ, ਤੁਹਾਡੇ ਕੋਲ ਇੰਨੇ ਪੈਸੇ ਕਿੱਥੋਂ ਆਏ? ਤਾਂ ਮਾਂ ਕਹਿਣ ਲੱਗੀ ਕਿ ਮੇਰੀ ਪਿਆਰੀ ਧੀ, ਰੱਬ ਗਰੀਬਾਂ 'ਤੇ ਮਿਹਰਬਾਨ ਹੁੰਦਾ ਹੈ। ਉਹ ਆਪਣੇ ਪਿਆਰਿਆਂ ਨੂੰ ਬੇਸਹਾਰਾ ਨਹੀਂ ਛੱਡਦਾ, ਬਸ ਉਸੇ ਨੇ ਹੀ ਆਪਣੇ ਲਈ ਇਹ ਇੰਤਜ਼ਾਮ ਕੀਤਾ ਹੈ। ਇਹ ਗੱਲ ਮੇਰੀ ਬਿਲਕੁਲ ਹੀ ਸਮਝ ਤੋਂ ਬਾਹਰ ਸੀ, ਕਿਉਂਕਿ ਪਿਤਾ ਜੀ ਦੀ ਮੌਤ ਤੋਂ ਬਾਅਦ ਤਾਂ ਰਿਸ਼ਤੇਦਾਰਾਂ ਨੇ ਵੀ ਸਾਡੇ ਤੋਂ ਮੂੰਹ ਮੋੜ ਲਿਆ ਸੀ। ਮਦਦ ਕਰਨਾ ਤਾਂ ਬਹੁਤ ਦੂਰ ਦੀ ਗੱਲ ਹੈ, ਉਹਨਾਂ ਨੇ ਤਾਂ ਕਦੇ ਫੋਨ ਕਰਕੇ ਸਾਡੇ ਹਾਲਾਤਾਂ ਦੇ ਬਾਰੇ, ਸਾਡੇ ਹਾਲ ਚਾਲ ਬਾਰੇ ਪੁੱਛਣਾ ਵੀ ਕਦੇ ਜ਼ਰੂਰੀ ਨਹੀਂ ਸਮਝਿਆ। ਖੈਰ, ਮੈਂ ਚੁੱਪ ਕਰ ਗਈ। ਮੈਂ ਸੋਚਿਆ ਕਿ ਮਾਂ ਕੋਲ ਸ਼ਾਇਦ ਥੋੜ੍ਹੇ ਬਹੁਤੇ ਪੈਸੇ ਬਚੇ ਹੋਣਗੇ ਤਾਂ ਜੋ ਸਾਡੇ ਮੁਸ਼ਕਲ ਸਮੇਂ ਵਿੱਚ ਕੰਮ ਆ ਸਕਣ, ਪਰ ਇਹ ਹੁਣ ਰੋਜ਼ ਦਾ ਹੀ ਹੋ ਗਿਆ ਸੀ। ਮਾਂ ਜਦ ਸਵੇਰੇ ਉੱਠ ਕੇ ਸਿਰਹਾਣਾ ਚੁੱਕਦੀ ਤਾਂ ਨੀਚੇ ਬਹੁਤ ਸਾਰੇ ਪੈਸੇ ਹੁੰਦੇ। ਹੁਣ ਹੌਲੀ-ਹੌਲੀ ਸਾਡੇ ਘਰ ਦੇ ਹਾਲਾਤ ਵੀ ਸੁਧਰਦੇ ਜਾ ਰਹੇ ਸਨ। ਹੁਣ ਸਾਡੇ ਘਰ ਵਿੱਚ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਸੀ, ਪਰ ਮੇਰੇ ਮਨ ਨੂੰ ਅਜੀਬ ਜਿਹੀ ਬੇਚੈਨੀ ਹੋ ਰਹੀ ਸੀ ਕਿ ਆਖਿਰ ਮਾਂ ਕੋਲ ਪੈਸੇ ਆਉਂਦੇ ਕਿੱਥੋਂ ਨੇ, ਕਿਉਂਕਿ ਅਸੀਂ 6 ਭੈਣਾਂ ਹੀ ਸੀ, ਸਾਡੇ ਕੋਈ ਭਰਾ ਵੀ ਨਹੀਂ ਸੀ ਜਿਹੜਾ ਕਿ ਕਮਾ ਕੇ ਮਾਂ ਨੂੰ ਪੈਸੇ ਦਿੰਦਾ ਹੋਵੇ। ਸਭ ਤੋਂ ਵੱਡੀ ਮੈਂ ਹੀ ਸੀ ਤੇ ਮੈਂ ਖੁਦ ਵੀ ਕਾਲਜ ਦੀ ਪੜ੍ਹਾਈ ਕਰ ਰਹੀ ਸੀ। ਮੇਰਾ ਬਿਲਕੁਲ ਵੀ ਪੜ੍ਹਾਈ ਵਿੱਚ ਮਨ ਨਹੀਂ ਲੱਗ ਰਿਹਾ ਸੀ। ਰਹਿ ਕੇ ਮੈਨੂੰ ਮਾਂ ਦੇ ਪੈਸਿਆਂ ਦੇ ਖਿਆਲ ਆਉਂਦਾ ਰਹਿੰਦਾ ਸੀ। ਮੇਰੀਆਂ ਦੂਜੀਆਂ ਭੈਣਾਂ ਘੱਟ ਉਮਰ ਦੀਆਂ ਤੇ ਮਾਸੂਮ ਸਨ। ਉਹਨਾਂ ਨੂੰ ਤਾਂ ਆਪਣੀਆਂ ਜ਼ਰੂਰਤਾਂ ਤੋਂ ਇਲਾਵਾ ਨਾ ਕਿਸੇ ਦੀ ਫਿਕਰ ਸੀ ਤੇ ਨਾ ਹੀ ਕੋਈ ਪਰੇਸ਼ਾਨੀ ਸੀ। ਪਰ ਮੈਂ ਸੋਚ ਲਿਆ ਸੀ ਕਿ ਮੈਂ ਮਾਂ ਦਾ ਰਾਜ਼ ਜਾਣ ਕੇ ਹੀ ਰਹਾਂਗੀ ਕਿ ਆਖਰ ਉਹਨਾਂ ਦੇ ਹੱਥ ਕਿੱਥੋਂ ਦਾ ਖਜ਼ਾਨਾ ਲੱਗ ਗਿਆ। ਮੈਂ ਬੱਸ ਸਟੈਂਡ 'ਤੇ ਖੜੀ ਆਪਣੀ ਹੀ ਸੋਚ ਵਿੱਚ ਇੰਨੀ ਗੁੰਮ ਸੀ ਕਿ ਮੈਨੂੰ ਪਤਾ ਹੀ ਨਹੀਂ ਚੱਲਿਆ ਕਿ ਮੇਰੀ ਕਾਲਜ ਦੀ ਬੱਸ ਕਦੋਂ ਲੰਘ ਗਈ। ਮੈਂ ਜਦ ਤੱਕ ਆਪਣੀਆਂ ਸੋਚਾਂ ਤੋਂ ਨਿਕਲੀ ਤਦ ਤੱਕ ਬਹੁਤ ਦੇਰ ਹੋ ਚੁੱਕੀ ਸੀ। ਬੱਸ ਕਾਫੀ ਦੂਰ ਜਾ ਚੁੱਕੀ ਸੀ। ਅਸਮਾਨ ਵਿੱਚ ਬੱਦਲ ਵੀ ਗਰਜ ਰਹੇ ਸਨ। ਅਚਾਨਕ ਥੋੜ੍ਹੀ ਬਹੁਤੀ ਬੂੰਦਾਬਾਂਦੀ ਸ਼ੁਰੂ ਹੋ ਗਈ ਸੀ। ਅਚਾਨਕ ਮੇਰੀ ਨਜ਼ਰ ਸਾਹਮਣੇ ਖੜੇ 3 ਮੁੰਡਿਆਂ 'ਤੇ ਪਈ, ਜਿਹੜੇ ਦੂਰ ਖੜੇ ਮੈਨੂੰ ਅਜੀਬ ਨਜ਼ਰਾਂ ਨਾਲ ਦੇਖਦੇ ਹੋਏ ਮੁਸਕਰਾ ਰਹੇ ਸਨ। ਮੇਰੀ ਤਾਂ ਡਰ ਦੇ ਕਾਰਨ ਜਾਨ ਹੀ ਨਿਕਲ ਗਈ। ਮੈਨੂੰ ਹੋਰ ਕੁਝ ਨਾ ਸੁੱਝਿਆ। ਮੈਂ ਬੱਸ ਸਟਾਪ ਛੱਡ ਕੇ ਤੁਰਨ ਲੱਗੀ। ਮੈਂ ਮਹਿਸੂਸ ਕੀਤਾ ਕਿ ਉਹ ਤਿੰਨੇ ਮੁੰਡੇ ਮੇਰੇ ਪਿੱਛੇ ਹੀ ਆ ਰਹੇ ਸਨ। ਮੈਂ ਤੇਜ਼ ਤੁਰਨ ਲੱਗੀ। ਘਬਰਾਹਟ ਦੇ ਮਾਰੇ ਮੇਰੇ ਹੱਥ 'ਚੋਂ ਕਿਤਾਬਾਂ ਛੁੱਟ ਕੇ ਥੱਲੇ ਡਿੱਗ ਪਈਆਂ। ਉਹਨਾਂ 3 ਮੁੰਡਿਆਂ ਦੀ ਹਾਸੀ ਹਵਾ ਵਿੱਚ ਗੂੰਜਣ ਲੱਗੀ ਸੀ। ਫਿਰ ਉਹ ਅਚਾਨਕ ਚੁੱਪ ਹੋ ਗਏ। ਮੈਂ ਕਿਤਾਬਾਂ ਚੁੱਕ ਕੇ ਖੜੀ ਹੋ ਗਈ। ਜਦ ਪਿੱਛੇ ਮੁੜ ਕੇ ਦੇਖਿਆ ਤਾਂ ਮੇਰੇ ਅਤੇ ਉਹਨਾਂ 3 ਮੁੰਡਿਆਂ ਦੇ ਵਿਚਕਾਰ ਇੱਕ ਮੁੰਡਾ ਖੜਾ ਸੀ। ਇਹ ਉਹੀ ਮੁੰਡਾ ਸੀ ਜਿਸ ਦੀ ਦੁਕਾਨ ਬੱਸ ਸਟੈਂਡ ਦੇ ਕੋਲ ਹੀ ਸੀ। ਮੈਂ ਅਕਸਰ ਦੇਖਿਆ ਸੀ ਕਿ ਉਹ ਮੈਨੂੰ ਦੇਖ ਕੇ ਮੁਸਕਰਾਉਂਦਾ ਹੁੰਦਾ ਸੀ। ਮੈਨੂੰ ਲੱਗਿਆ ਕਿ ਜਿਵੇਂ ਮੇਰਾ ਕੋਈ ਮਜ਼ਬੂਤ ਸਹਾਰਾ ਆ ਗਿਆ ਹੋਵੇ, ਜਿਹੜਾ ਮੈਨੂੰ ਉਹਨਾਂ ਮੁੰਡਿਆਂ ਦੀ ਬੁਰੀ ਨਜ਼ਰ ਤੋਂ ਬਚਾ ਲਵੇਗਾ। ਤੇ ਫਿਰ ਉਹੀ ਹੋਇਆ ਜੋ ਮੈਂ ਸੋਚਿਆ ਸੀ। ਉਸ ਦੁਕਾਨ ਵਾਲੇ ਮੁੰਡੇ ਨੇ ਪਹਿਲਾਂ ਤਾਂ ਉਹਨਾਂ ਨੂੰ ਸ਼ਰਾਫਤ ਨਾਲ ਜਾਣ ਲਈ ਕਿਹਾ, ਪਰ ਜਦ ਉਹ ਨਾ ਮੰਨੇ ਤਾਂ ਉਸਨੇ ਉਹਨਾਂ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਮੈਂ ਬਹੁਤ ਜ਼ਿਆਦਾ ਘਬਰਾ ਗਈ ਕਿ ਹੁਣ ਤਾਂ ਮੇਰਾ ਤਮਾਸ਼ਾ ਬਣਿਆ ਹੀ ਬਣਿਆ। ਪਰ ਰੱਬ ਦਾ ਸ਼ੁਕਰ ਹੈ ਕਿ ਮੀਂਹ ਦੀ ਵਜ੍ਹਾ ਨਾਲ ਰਸਤੇ ਪਰ ਕੋਈ ਨਹੀਂ ਸੀ, ਜਿਸ ਦੀ ਵਜ੍ਹਾ ਨਾਲ ਇਹ ਸਭ ਕਿਸੇ ਨੇ ਨਹੀਂ ਦੇਖਿਆ ਸੀ। ਫਿਰ ਉਹ 3 ਮੁੰਡੇ ਡਰ ਕੇ ਭੱਜ ਗਏ।
ਮੈਨੂੰ ਜ਼ਿੰਦਗੀ ਵਿੱਚ ਪਹਿਲੀ ਵਾਰ ਸੁਰੱਖਿਅਤ ਮਹਿਸੂਸ ਹੋਇਆ ਸੀ। ਮੇਰੀਆਂ ਅੱਖਾਂ ਭਿੱਜ ਗਈਆਂ ਸਨ। ਉਹ ਮੁੰਡਾ ਅੱਗੇ ਵਧਿਆ ਤੇ ਬੋਲਿਆ, ਮੈਂ ਦੇਖਿਆ ਸੀ ਕਿ ਤੁਸੀਂ ਇਹਨਾਂ ਬਦਤਮੀਜ਼ਾਂ ਦੇ ਡਰ ਤੋਂ ਰੋਏ ਨਹੀਂ ਸੀ। ਮਤਲਬ ਕਿ ਇਹ ਹੰਝੂ ਡਰਦੇ ਨਹੀਂ ਹਨ। ਫਿਰ ਤੁਹਾਡੀਆਂ ਅੱਖਾਂ ਵਿੱਚ ਪਾਣੀ ਕਿਉਂ ਆ ਗਿਆ? ਵੈਸੇ ਇਸ ਨਾਚੀਜ਼ ਨੂੰ ਸੁਮੀਤ ਕਹਿੰਦੇ ਹਨ। ਮੈਂ ਉਸ ਦੀਆਂ ਗੱਲਾਂ ਸੁਣ ਕੇ ਮੁਸਕਰਾ ਪਈ। ਫਿਰ ਉਹ ਬੱਸ ਸਟੈਂਡ 'ਤੇ ਮੇਰੇ ਕੋਲ ਉਦੋਂ ਤੱਕ ਖੜਾ ਰਿਹਾ ਜਦੋਂ ਤੱਕ ਦੂਜੀ ਬੱਸ ਨਾ ਆ ਗਈ। ਘਰ ਆ ਕੇ ਵੀ ਮੈਨੂੰ ਸੁਮੀਤ ਦਾ ਖਿਆਲ ਹੀ ਆਉਂਦਾ ਰਿਹਾ। ਸਵੇਰ ਹੋਈ ਤਾਂ ਮਾਂ ਨੇ ਇੱਕ ਵਾਰ ਫਿਰ ਤੋਂ ਸਿਰਹਾਣਾ ਚੁੱਕਿਆ ਤਾਂ ਉਸ ਥੱਲੇ ਫਿਰ ਤੋਂ ਬਹੁਤ ਸਾਰੇ ਪੈਸੇ ਰੱਖੇ ਹੋਏ ਮਿਲੇ ਸਨ। ਮੇਰਾ ਮੱਥਾ ਠਣਕਣ ਲੱਗਿਆ। ਮੈਂ ਕਾਲਜ ਲਈ ਤਿਆਰ ਹੋ ਰਹੀ ਸੀ, ਪਰ ਮੈਂ ਸਭ ਕੁਝ ਛੱਡ ਕੇ ਮਾਂ ਕੋਲ ਆ ਕੇ ਬੈਠ ਗਈ। ਮੈਂ ਮਾਂ ਨੂੰ ਕਹਿਣ ਲੱਗੀ ਕਿ ਮਾਂ, ਮੈਂ ਮੰਨਦੀ ਹਾਂ ਕਿ ਰੱਬ ਸਾਡੇ 'ਤੇ ਦਇਆ ਕਰ ਰਿਹਾ ਹੈ, ਪਰ ਇਸ ਦਇਆ ਦੇ ਪਿੱਛੇ ਕੁਝ ਵਜ੍ਹਾ ਜ਼ਰੂਰ ਹੋਵੇਗੀ। ਮੈਨੂੰ ਤੁਸੀਂ ਦੱਸੋ ਕਿ ਇਸ ਰਹਿਮ ਦੇ ਪਿੱਛੇ ਕੀ ਵਜ੍ਹਾ ਹੈ? ਮੇਰੀ ਗੱਲ ਸੁਣ ਕੇ ਮਾਂ ਦਾ ਰੰਗ ਹੀ ਉੱਡ ਗਿਆ। ਉਹ ਜਿਵੇਂ ਘਬਰਾ ਗਈ ਹੋਵੇ। ਮਾਂ ਕਹਿਣ ਲੱਗੀ, ਤੂੰ ਅੰਬ ਖਾ, ਪੇੜ ਨਾ ਗਿਣ। ਚੱਲ ਉੱਠ ਹੁਣ, ਤੇਰੀ ਬੱਸ ਨਾ ਨਿਕਲ ਜਾਵੇ। ਬੱਸ ਦੀ ਗੱਲ ਸੁਣ ਕੇ ਮੈਨੂੰ ਇੱਕਦਮ ਸੁਮੀਤ ਦੀ ਯਾਦ ਆ ਗਈ। ਇਸ ਲਈ ਮੈਂ ਇਹ ਬਹਿਸ ਛੱਡ ਕੇ ਖੜੀ ਹੋ ਗਈ ਤੇ ਤਿਆਰ ਹੋਣ ਲੱਗੀ। ਅੱਜ ਕਾਲਜ ਤੋਂ ਵਾਪਸ ਆਉਂਦੇ ਸਮੇਂ ਜਦ ਮੈਂ ਬੱਸ ਸਟੈਂਡ 'ਤੇ ਖੜੀ ਸੀ ਤਾਂ ਮੈਂ ਸੁਮੀਤ ਨੂੰ ਆਪਣੇ ਵੱਲ ਆਉਂਦੇ ਹੋਏ ਦੇਖਿਆ। ਉਹ ਕਹਿਣ ਲੱਗਿਆ ਕਿ ਮੈਂ ਤੁਹਾਡੀ ਹਿਫਾਜ਼ਤ ਲਈ ਆਇਆ ਹਾਂ। ਮੈਂ ਉਸ ਦਾ ਸ਼ੁਕਰੀਆ ਅਦਾ ਕੀਤਾ ਤੇ ਕਿਹਾ ਕਿ ਇਸ ਤਰ੍ਹਾਂ ਦੇ ਸ਼ਿਸ਼ਟਾਚਾਰ ਦੀ ਜ਼ਰੂਰਤ ਨਹੀਂ ਹੈ। ਅੱਜ ਤਾਂ ਵੈਸੇ ਵੀ ਬੱਸ ਸਟੈਂਡ 'ਤੇ ਬਹੁਤ ਜ਼ਿਆਦਾ ਭੀੜ ਸੀ। ਅਜੇ ਬੱਸ ਆਉਣ ਵਿੱਚ 5 ਮਿੰਟ ਪਏ ਸਨ। ਸੁਮੀਤ ਨੇ ਕਿਹਾ ਕਿ ਮੈਂ ਇਹ ਸਭ ਆਪਣੀ ਖੁਸ਼ੀ ਲਈ ਕਰ ਰਿਹਾ ਹਾਂ। ਤੁਹਾਡੀ ਹਿਫਾਜ਼ਤ ਕਰਕੇ ਮੈਨੂੰ ਖੁਦ ਨੂੰ ਖੁਸ਼ੀ ਮਹਿਸੂਸ ਹੁੰਦੀ ਹੈ। ਇਹ ਗੱਲ ਸੁਣ ਕੇ ਮੈਨੂੰ ਬਹੁਤ ਚੰਗਾ ਲੱਗਿਆ। ਬਸ ਇਸੇ ਤਰ੍ਹਾਂ ਹੀ ਸੁਮੀਤ ਹਰ ਰੋਜ਼ ਮੇਰੇ ਕੋਲ ਆ ਕੇ ਖੜਾ ਹੋ ਜਾਂਦਾ ਸੀ। ਉਸਨੇ ਮੈਨੂੰ ਆਪਣਾ ਫ਼ੋਨ ਨੰਬਰ ਵੀ ਦੇ ਦਿੱਤਾ ਸੀ ਤੇ ਮੈਂ ਹਰ ਰੋਜ਼ ਘਰ ਜਾ ਕੇ ਉਸ ਨੂੰ ਫ਼ੋਨ ਕਰ ਲੈਂਦੀ ਸੀ। ਸੁਮੀਤ ਨੇ ਮੈਨੂੰ ਕਿਹਾ ਕਿ ਉਹ ਮੇਰੇ ਰਿਸ਼ਤੇ ਲਈ ਆਪਣੇ ਮਾਂ-ਬਾਪ ਨੂੰ ਮੇਰੇ ਘਰ ਭੇਜਣਾ ਚਾਹੁੰਦਾ ਹੈ। ਇਸ ਤੋਂ ਜ਼ਿਆਦਾ ਖੁਸ਼ੀ ਦੀ ਗੱਲ ਮੇਰੇ ਲਈ ਹੋਰ ਕੀ ਹੋ ਸਕਦੀ ਸੀ? ਮੈਂ ਉਸ ਨੂੰ ਕਿਹਾ ਕਿ ਉਹ ਆਪਣੇ ਮਾਂ-ਬਾਪ ਨੂੰ ਮੇਰੇ ਘਰ ਭੇਜ ਦੇਵੇ। ਅਗਲੇ ਦਿਨ ਸੁਮੀਤ ਦੇ ਮਾਂ-ਬਾਪ ਰਿਸ਼ਤਾ ਲੈ ਕੇ ਸਾਡੇ ਘਰ ਆ ਗਏ ਸਨ। ਅਸੀਂ ਹਰ ਤਰ੍ਹਾਂ ਨਾਲ ਵਧੀਆ ਇੰਤਜ਼ਾਮ ਕੀਤਾ ਸੀ। ਸੁਮੀਤ ਦੀ ਆਪਣੀ ਦੁਕਾਨ ਸੀ ਤੇ ਉਹ ਬਹੁਤ ਵਧੀਆ ਚੱਲਦੀ ਸੀ। ਮਾਂ ਨੂੰ ਵੀ ਇਹ ਰਿਸ਼ਤਾ ਵਧੀਆ ਲੱਗਿਆ ਤੇ ਮਾਂ ਨੇ ਵੀ ਹਾਂ ਕਰ ਦਿੱਤੀ ਸੀ। ਮੇਰੇ ਤੇ ਸੁਮੀਤ ਦੀ ਖੁਸ਼ੀ ਦਾ ਕੋਈ ਟਿਕਾਣਾ ਹੀ ਨਹੀਂ ਰਿਹਾ ਸੀ। ਮਾਂ ਬਾਜ਼ਾਰ ਵਿੱਚੋਂ ਮੇਰੇ ਦਹੇਜ ਲਈ ਵਧੀਆ ਚੀਜ਼ਾਂ ਲੈ ਕੇ ਆਉਣ ਲੱਗੀ। ਮੈਂ ਇਹ ਸੋਚਦੀ ਰਹਿੰਦੀ ਕਿ ਆਖਿਰ ਇਹ ਕੀ ਮਾਮਲਾ ਹੈ। ਜੇ ਮਾਂ ਨੂੰ ਪੈਸਿਆਂ ਬਾਰੇ ਪੁੱਛਦੀ ਤਾਂ ਉਹ ਬਸ ਇੰਨਾ ਹੀ ਕਹਿੰਦੀ ਕਿ ਹਰ ਰੋਜ਼ ਸਵੇਰੇ ਸਿਰਹਾਣੇ ਦੇ ਥੱਲਿਓਂ ਇੰਨੇ ਪੈਸੇ ਨਿਕਲ ਆਉਂਦੇ ਹਨ ਕਿ ਮੈਂ ਤੇਰੇ ਵਿਆਹ ਲਈ ਵਧੀਆ ਤੋਂ ਵਧੀਆ ਚੀਜ਼ ਖਰੀਦ ਸਕਦੀ ਹਾਂ। ਮੇਰੇ BA ਦੇ ਫਾਈਨਲ ਈਅਰ ਦੇ ਐਗਜ਼ਾਮ ਅੱਜ ਸ਼ੁਰੂ ਹੋ ਗਏ ਸਨ। ਮੇਰੇ ਵਿਆਹ ਦੀ ਤਾਰੀਖ ਪੇਪਰ ਖਤਮ ਹੋਣ ਤੇ ਤੁਰੰਤ ਬਾਅਦ ਦੀ ਤੈਅ ਹੋਈ ਸੀ। ਸਮਾਂ ਲੰਘਦਾ ਗਿਆ ਤੇ ਮੇਰੇ ਪੇਪਰ ਵੀ ਖਤਮ ਹੋ ਗਏ। ਹੁਣ ਮੇਰੇ ਵਿਆਹ ਦੀ ਤਾਰੀਖ ਵੀ ਨੇੜੇ ਆ ਗਈ ਸੀ, ਇਸ ਲਈ ਤਿਆਰੀਆਂ ਵੀ ਸ਼ੁਰੂ ਹੋ ਗਈਆਂ ਸਨ। ਜਿਸ ਰਾਤ ਮੇਰੀ ਹਲਦੀ ਸੀ, ਉਸ ਰਾਤ ਮੈਂ ਮਾਂ ਦੇ ਕਮਰੇ ਵਿੱਚ ਹੀ ਪਈ ਸੀ, ਕਿਉਂਕਿ ਮੈਂ ਜਾਣਨਾ ਚਾਹੁੰਦੀ ਸੀ ਕਿ ਆਖਰ ਮਾਂ ਕੋਲ ਇੰਨੇ ਪੈਸੇ ਕਿੱਥੋਂ ਆਉਂਦੇ ਹਨ। ਮੈਂ ਸਾਰੀ ਰਾਤ ਜਾਗਣ ਦੀ ਕੋਸ਼ਿਸ਼ ਕਰ ਰਹੀ ਸੀ, ਪਰ ਜ਼ਿਆਦਾ ਦੇਰ ਤੱਕ ਆਪਣੀ ਨੀਂਦ 'ਤੇ ਕਾਬੂ ਨਾ ਪਾ ਸਕੀ। ਸਵੇਰੇ 9 ਵਜੇ ਮਾਂ ਨੇ ਮੈਨੂੰ ਹਲੂਣ ਕੇ ਉਠਾਇਆ ਸੀ ਕਿ ਬਰਾਤ ਆਉਣ ਵਾਲੀ ਹੈ। ਮਾਂ ਬੜੇ ਗੁੱਸੇ ਵਿੱਚ ਸੀ ਕਿ ਇਹ ਕਿਹੋ ਜਿਹੀ ਕੁੜੀ ਹੈ ਜਿਹੜੀ ਆਪਣੇ ਵਿਆਹ ਵਾਲੇ ਦਿਨ ਵੀ ਘੋੜੇ ਵੇਚ ਕੇ ਸੁੱਤੀ ਪਈ ਹੈ। ਜਦੋਂ ਮੈਂ ਟਾਈਮ ਦੇਖਿਆ ਤਾਂ ਮੈਂ ਖੁਦ ਵੀ ਪਰੇਸ਼ਾਨ ਹੋ ਗਈ ਸੀ। ਫਿਰ ਉੱਠ ਕੇ ਜਲਦੀ ਨਾਲ ਆਪਣੀ ਤਿਆਰੀ ਕਰਨ ਲੱਗੀ। ਐਨੇ ਨੂੰ ਮੈਨੂੰ ਤਿਆਰ ਕਰਨ ਵਾਲੀ ਵੀ ਆ ਗਈ ਸੀ। ਉਹ ਮੈਨੂੰ ਦੁਲਹਨ ਦਾ ਮੇਕਅਪ ਕਰਨ ਲੱਗੀ। ਮੇਕਅਪ ਕਰਦੇ ਕਰਦੇ 12 ਵੱਜ ਗਏ ਸਨ। ਮੈਨੂੰ ਤਾਂ ਬਸ ਇੱਕ ਹੀ ਡਰ ਸੀ ਕਿ ਕਿਤੇ ਮੇਰੇ ਤਿਆਰ ਹੋਣ ਤੋਂ ਪਹਿਲਾਂ ਬਰਾਤ ਨਾ ਆ ਜਾਵੇ। ਬਰਾਤ ਦਾ ਟਾਈਮ 12:30 ਦਾ ਸੀ, ਪਰ ਸਾਰੇ ਜਣੇ ਜਾਣਦੇ ਹਨ ਕਿ ਅਜਿਹੇ ਕੰਮਾਂ ਵਿੱਚ ਥੋੜ੍ਹਾ ਬਹੁਤਾ ਤਾਂ ਟਾਈਮ ਅੱਗੇ ਪਿੱਛੇ ਹੋ ਹੀ ਜਾਂਦਾ ਹੈ। 1 ਵਜੇ ਤੱਕ ਮੈਂ ਤਿਆਰ ਹੋ ਗਈ ਸੀ ਤਾਂ ਮੈਂ ਬਿਲਕੁਲ ਰਿਲੈਕਸ ਹੋ ਗਈ ਸੀ ਕਿ ਹੁਣ ਜੇ ਬਾਰਾਤ ਆ ਜਾਵੇ ਤਾਂ ਮੈਨੂੰ ਕੋਈ ਫਿਕਰ ਨਹੀਂ। ਐਨੇ ਨੂੰ ਮੇਰੀ ਮਾਂ ਮੇਰੇ ਕਮਰੇ ਵਿੱਚ ਆਈ। ਮੇਰੀ ਮਾਂ ਦੇ ਚਿਹਰੇ ਦਾ ਰੰਗ ਉੱਡਿਆ ਹੋਇਆ ਸੀ। ਮੇਰੀ ਮਾਂ ਕਹਿਣ ਲੱਗੀ ਕਿ ਸੁਮਿਤ ਨੂੰ ਫ਼ੋਨ ਕਰਕੇ ਪੁੱਛ ਬਰਾਤ ਕਿੱਥੇ ਰਹਿ ਗਈ, ਅਜੇ ਤੱਕ ਆਈ ਕਿਉਂ ਨਹੀਂ। ਸਾਰੇ ਮਹਿਮਾਨਾਂ ਦਾ ਤਾਂ ਭੁੱਖ ਨਾਲ ਬੁਰਾ ਹਾਲ ਹੋ ਗਿਆ ਹੈ। ਮੈਂ ਮਾਂ ਨੂੰ ਤਸੱਲੀ ਦਿੱਤੀ ਕਿ ਬਰਾਤ ਆ ਜਾਵੇਗੀ, ਪਰ ਮੈਨੂੰ ਨਹੀਂ ਪਤਾ ਸੀ ਕਿ ਮੇਰੀ ਬਰਾਤ ਤਾਂ ਕਦੇ ਆਊਗੀ ਹੀ ਨਹੀਂ। ਮੈਂ ਸੁਮਿਤ ਨੂੰ ਫ਼ੋਨ 'ਤੇ ਫ਼ੋਨ ਕਰਦੀ ਰਹੀ, ਪਰ ਉਸਦਾ ਫ਼ੋਨ ਬੰਦ ਆ ਰਿਹਾ ਸੀ। ਜਦ 4 ਵੱਜ ਗਏ ਤਾਂ ਸਾਡੇ ਘਰ ਆਏ ਮਹਿਮਾਨ ਆਪਣੇ ਆਪਣੇ ਘਰ ਵਾਪਸ ਜਾਣ ਲੱਗੇ ਸਨ।
ਮੇਰਾ ਤਾਂ ਰੋ ਰੋ ਕੇ ਬੁਰਾ ਹਾਲ ਹੋ ਗਿਆ ਸੀ। ਐਨੇ ਨੂੰ ਮੇਰੀ ਸਭ ਤੋਂ ਛੋਟੀ ਭੈਣ ਆ ਕੇ ਕਹਿਣ ਲੱਗੀ ਕਿ ਦੀਦੀ, ਨੇਹਾ ਦੀਦੀ ਕਿੱਥੇ ਹੈ? ਨੇਹਾ ਮੇਰੇ ਤੋਂ 2 ਸਾਲ ਛੋਟੀ ਸੀ। ਉਹ ਵੀ ਮੇਰੇ ਨਾਲ ਹੀ ਕਾਲਜ ਜਾਂਦੀ ਹੁੰਦੀ ਸੀ, ਪਰ ਉਹਦੇ ਪੇਪਰ ਪਹਿਲਾਂ ਖਤਮ ਹੋ ਗਏ ਸਨ, ਇਸ ਲਈ ਉਹ ਘਰ ਹੀ ਰਹਿੰਦੀ ਸੀ। ਮੈਂ ਉਸ ਨੂੰ ਰੋਂਦੇ ਰੋਂਦੇ ਹੀ ਜਵਾਬ ਦਿੱਤਾ ਕਿ ਮੈਨੂੰ ਨਹੀਂ ਪਤਾ ਕਿ ਉਹ ਕਿੱਥੇ ਗਈ ਹੈ। ਬਾਅਦ ਵਿੱਚ ਅਸੀਂ ਸਾਰੇ ਉਸ ਨੂੰ ਲੱਭਣ ਲੱਗੇ। ਉਸ ਨੂੰ ਲੱਭਦੇ ਲੱਭਦੇ 10 ਵੱਜ ਗਏ ਸਨ, ਪਰ ਉਸ ਦਾ ਕੁਝ ਪਤਾ ਨਹੀਂ ਚੱਲਿਆ। ਗੱਲ ਬੜੀ ਸਿੱਧੀ ਸੀ ਕਿ ਉਹ ਵਿਆਹ ਦੇ ਮਾਹੌਲ ਦਾ ਫਾਇਦਾ ਚੁੱਕ ਕੇ ਘਰ ਤੋਂ ਭੱਜ ਗਈ ਸੀ। ਇੱਕ ਧੀ ਦੀ ਬਰਾਤ ਤਾਂ ਆਈ ਨਹੀਂ ਸੀ ਤੇ ਦੂਜੀ ਧੀ ਬਿਨਾਂ ਬਰਾਤ ਤੋਂ ਹੀ ਵਿਦਾ ਹੋ ਗਈ ਸੀ। ਇਸ ਸਦਮੇ ਨੂੰ ਮੇਰੀ ਮਾਂ ਬਰਦਾਸ਼ਤ ਨਾ ਕਰ ਸਕੀ ਤੇ ਉਸ ਦਾ BP ਹਾਈ ਹੋ ਗਿਆ ਤੇ ਉਸ ਨੂੰ ਪੈਰਾਲਾਈਸਿਸ ਹੋ ਗਿਆ। ਮੇਰੇ ਤੇ 3-3 ਦੁੱਖਾਂ ਦਾ ਪਹਾੜ ਡਿੱਗ ਪਿਆ ਸੀ, ਪਰ ਮੈਂ ਬਹੁਤ ਢੀਠ ਸੀ। ਤਿੰਨੇ ਗਮ ਸਹਿ ਗਈ। ਮਾਂ ਨੂੰ 15 ਦਿਨ ਤੱਕ ਹਸਪੀਟਲ ਵਿੱਚ ਐਡਮਿਟ ਕੀਤਾ ਗਿਆ ਸੀ। ਫਿਰ ਡਾਕਟਰਾਂ ਨੇ ਇਹ ਕਹਿ ਕੇ ਛੁੱਟੀ ਕਰ ਦਿੱਤੀ ਸੀ ਕਿ ਰੱਬ ਦੀ ਮਰਜ਼ੀ ਅੱਗੇ ਅਸੀਂ ਕੁਝ ਨਹੀਂ ਕਰ ਸਕਦੇ। ਅਸੀਂ ਆਪਣੀ ਪੂਰੀ ਕੋਸ਼ਿਸ਼ ਕਰ ਚੁੱਕੇ ਹਾਂ। ਤੁਸੀਂ ਇਹਨਾਂ ਦੀ ਹੁਣ ਘਰ ਹੀ ਸੇਵਾ ਕਰੋ। ਹੁਣ ਮੇਰੀ ਮਾਂ ਸਾਰਾ ਦਿਨ ਬੈੱਡ 'ਤੇ ਪਈ ਰੋਂਦੀ ਹੀ ਰਹਿੰਦੀ ਸੀ, ਕਿਉਂਕਿ ਉਹਨਾਂ ਦੀਆਂ ਲੱਤਾਂ ਨੇ ਬਿਲਕੁਲ ਕੰਮ ਕਰਨਾ ਬੰਦ ਕਰ ਦਿੱਤਾ ਸੀ। ਪਰ ਮਾਂ ਦੇ ਸਿਰਹਾਣੇ ਦੇ ਥੱਲਿਓਂ ਨਿਕਲਣ ਵਾਲੇ ਪੈਸਿਆਂ ਦਾ ਸਿਲਸਿਲਾ ਅਜੇ ਤੱਕ ਜਾਰੀ ਹੀ ਸੀ, ਸਗੋਂ ਹੁਣ ਪੈਸੇ ਦੁੱਗਣੇ ਹੋ ਗਏ ਸਨ। ਇਹ ਕਿਵੇਂ ਤੇ ਕਿਸ ਤਰ੍ਹਾਂ ਹੋ ਰਿਹਾ ਸੀ, ਮੈਨੂੰ ਇਸ ਬਾਰੇ ਕੁਝ ਵੀ ਪਤਾ ਨਹੀਂ ਸੀ। ਮੈਂ ਘਰ ਵਿੱਚ ਪਏ ਆਪਣੇ ਦਹੇਜ ਦੇ ਸਮਾਨ ਨੂੰ ਦੇਖ ਕੇ ਗੁੱਸੇ ਵਿੱਚ ਆ ਜਾਂਦੀ। ਇੱਕ ਦਿਨ ਗੁੱਸੇ ਵਿੱਚ ਆ ਕੇ ਮੈਂ ਮਾਂ ਨੂੰ ਕਿਹਾ ਕਿ ਜੇ ਤੁਸੀਂ ਹਰਾਮ ਦੇ ਪੈਸੇ ਨਾਲ ਮੇਰਾ ਦਹੇਜ ਨਾ ਖਰੀਦੇ ਤਾਂ ਸ਼ਾਇਦ ਮੇਰੀ ਬਰਾਤ ਆ ਹੀ ਜਾਂਦੀ। ਮੇਰੀ ਗੱਲ ਸੁਣ ਕੇ ਮੇਰੀ ਮਾਂ ਰੋਣ ਲੱਗੀ। ਉਹਨਾਂ ਨੇ ਕਿਹਾ ਕਿ ਤੂੰ ਮੈਨੂੰ ਇੰਨੀ ਦੁੱਖ ਨਾ ਦੇ, ਅਜੇ ਤਾਂ ਮੇਰੇ ਪਹਿਲੇ ਜ਼ਖਮ ਵੀ ਹਰੇ ਹਨ। ਮੇਰਾ ਦਿਲ ਕਰਦਾ ਹੈ ਕਿ ਮੈਂ ਮਰ ਹੀ ਜਾਵਾਂ। ਮੈਂ ਅੱਜ ਆਪਣੀ ਮਾਂ ਦੇ ਹੰਝੂਆਂ ਨਾਲ ਪਿਘਲਣ ਵਾਲੀ ਨਹੀਂ ਸੀ, ਕਿਉਂਕਿ ਮੈਨੂੰ ਪਿਆਰ ਦਾ ਝਾਂਸਾ ਦੇ ਕੇ ਬੇਵਕੂਫ ਬਣਾਇਆ ਗਿਆ ਸੀ। ਮੇਰੇ ਜਜ਼ਬਾਤਾਂ ਨੂੰ ਪੈਰਾਂ ਥੱਲੇ ਕੁਚਲਿਆ ਗਿਆ ਸੀ। ਮੇਰਾ ਦਿਲ ਕਰਦਾ ਸੀ ਕਿ ਮੈਂ ਸਭ ਨੂੰ ਅੱਗ ਲਗਾ ਦੇਵਾਂ। ਇਸ ਲਈ ਮੈਂ ਮਾਂ ਨਾਲ ਵੀ ਬਦਸਲੂਕੀ ਕਰ ਬੈਠੀ ਸੀ। ਉਹਨਾਂ ਨੂੰ ਉੱਚਾ ਨੀਵਾਂ ਬੋਲ ਬੈਠੀ ਸੀ। ਮੈਂ ਕਿਹਾ, ਜੇ ਤੁਸੀਂ ਮਰ ਜਾਓ ਤਾਂ ਸ਼ਾਇਦ ਇਹਨਾਂ ਪੈਸਿਆਂ ਦਾ ਸਿਲਸਿਲਾ ਖਤਮ ਹੋ ਜਾਵੇ। ਮੈਂ ਇੰਨਾ ਕਹਿ ਕੇ ਬਾਹਰ ਆ ਗਈ। ਬਾਹਰ ਵੀ ਮੈਨੂੰ ਮਾਂ ਦੇ ਰੋਣ ਦੀ ਆਵਾਜ਼ ਆ ਰਹੀ ਸੀ। ਥੋੜ੍ਹੀ ਦੇਰ ਬਾਅਦ ਸਾਡੇ ਘਰ ਦੇ ਦਰਵਾਜ਼ੇ 'ਤੇ ਕਿਸੇ ਦੀ ਦਸਤਕ ਹੋਈ। ਮੇਰੀ ਛੋਟੀ ਭੈਣ ਤਾਂ ਚੀਖ ਹੀ ਪਈ ਸੀ। ਉਹ ਬੋਲੀ, ਛੋਟੀ ਦੀਦੀ ਤੁਸੀਂ? ਮੈਂ ਇਹ ਸੁਣ ਕੇ ਬਾਹਰ ਨਿਕਲ ਆਈ ਕਿ ਆਖਿਰ ਦੇਖਾਂ ਤਾਂ ਸਹੀ ਕਿ ਕਿਹੜੀ ਛੋਟੀ ਦੀਦੀ ਸਾਡੇ ਘਰ ਆਈ ਹੈ। ਮੈਂ ਬਾਹਰ ਦੇਖਿਆ ਤਾਂ ਸਾਹਮਣੇ ਨੇਹਾ ਤੇ ਸੁਮਿਤ ਖੜੇ ਸਨ। ਇਹ ਦੇਖ ਕੇ ਮੈਨੂੰ ਚੱਕਰ ਆਉਣ ਲੱਗੇ ਸਨ। ਮੈਂ ਦੌੜਦੀ ਹੋਈ ਉਹਨਾਂ ਕੋਲ ਗਈ ਤੇ ਸੁਮਿਤ ਦੇ ਕਾਲਰ ਫੜ ਕੇ ਉਸ ਨੂੰ ਹਲੂਣਨ ਲੱਗੀ। ਐਨੇ ਨੂੰ ਨੇਹਾ ਨੇ ਮੇਰਾ ਹੱਥ ਫੜ ਕੇ ਝਟਕ ਦਿੱਤਾ ਤੇ ਬੋਲੀ, ਦੀਦੀ, ਮੈਂ ਆਪਣੇ ਪਤੀ ਦਾ ਇਸ ਤਰ੍ਹਾਂ ਨਾਲ ਅਪਮਾਨ ਬਰਦਾਸ਼ਤ ਨਹੀਂ ਕਰਾਂਗੀ। ਨੇਹਾ ਦੀ ਗੱਲ ਸੁਣ ਕੇ ਤਾਂ ਮੈਨੂੰ ਜਿਵੇਂ ਸੱਪ ਹੀ ਸੁੰਘ ਗਿਆ ਹੋਵੇ। ਮੈਂ ਇੱਕ ਸ਼ਬਦ ਵੀ ਬੋਲਣ ਦੇ ਕਾਬਲ ਨਹੀਂ ਰਹੀ ਸੀ। ਮਾਂ ਨੇ ਨੇਹਾ ਵੱਲ ਤੋਂ ਮੂੰਹ ਫੇਰ ਲਿਆ ਸੀ। ਉਹ ਭੱਜ ਕੇ ਮਾਂ ਦੇ ਕਦਮਾਂ ਵਿੱਚ ਬੈਠ ਗਈ ਤੇ ਉੱਚੀ ਉੱਚੀ ਰੋਣ ਲੱਗੀ। ਉਹ ਮਾਂ ਤੋਂ ਮਾफ़ੀ ਮੰਗਣ ਲੱਗੀ ਤੇ ਕਹਿਣ ਲੱਗੀ ਕਿ ਮਾਂ, ਮੈਂ ਤੇ ਸੁਮਿਤ ਇੱਕ ਦੂਜੇ ਨੂੰ ਬਹੁਤ ਪਿਆਰ ਕਰਦੇ ਸੀ। ਜਦ ਮੇਰੇ ਪੇਪਰ ਖਤਮ ਹੋ ਗਏ ਸਨ ਤੇ ਮੈਂ ਘਰ ਵਿੱਚ ਬੈਠ ਕੇ ਰਿਜ਼ਲਟ ਦਾ ਇੰਤਜ਼ਾਰ ਕਰ ਰਹੀ ਸੀ, ਮੇਰੀ ਤੇ ਸੁਮਿਤ ਦੀ ਫ਼ੋਨ 'ਤੇ ਗੱਲ ਹੋ ਜਾਂਦੀ ਸੀ। ਪਰ ਇੱਕ ਦਿਨ ਛੋਟੀ ਜਿਹੀ ਗੱਲ 'ਤੇ ਸਾਡਾ ਦੋਨਾਂ ਦਾ ਬਹੁਤ ਵੱਡਾ ਝਗੜਾ ਹੋ ਗਿਆ ਤੇ ਸਾਡਾ ਇਹ ਪਿਆਰ ਦਾ ਰਿਸ਼ਤਾ ਖਤਮ ਹੋ ਗਿਆ ਸੀ। ਮੈਂ ਆਪਣੇ ਪਿਆਰ ਦੇ ਗਮ ਵਿੱਚ ਖੋਈ ਰਹਿੰਦੀ ਸੀ, ਪਰ ਮੈਂ ਨਹੀਂ ਜਾਣਦੀ ਕਿ ਦੀਦੀ ਤੇ ਸੁਮਿਤ ਦਾ ਰਿਸ਼ਤਾ ਕਿਵੇਂ ਪੱਕਾ ਹੋਇਆ। ਪਰ ਜਦ ਮੈਂ ਸੁਮਿਤ ਦੀ ਤਸਵੀਰ ਦੇਖੀ ਤਾਂ ਮੇਰੀ ਮੁਹੱਬਤ ਫਿਰ ਤੋਂ ਜਾਗ ਉੱਠੀ ਸੀ। ਮੈਂ ਸੁਮਿਤ ਨੂੰ ਫਿਰ ਤੋਂ ਮਿਲੀ ਤੇ ਉਸ ਨੂੰ ਦੱਸਿਆ ਕਿ ਜਿਸ ਨਾਲ ਤੇਰਾ ਰਿਸ਼ਤਾ ਹੋਇਆ ਹੈ ਉਹ ਮੇਰੀ ਵੱਡੀ ਭੈਣ ਹੈ। ਸੁਮਿਤ ਇੱਕ ਚੰਗਾ ਇਨਸਾਨ ਹੈ। ਉਸ ਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਚੁੱਕਿਆ ਸੀ, ਇਸ ਲਈ ਉਸਨੇ ਵਿਆਹ ਤੋਂ ਇਨਕਾਰ ਕਰ ਦਿੱਤਾ ਸੀ ਤੇ ਅਸੀਂ ਦੋਨਾਂ ਨੇ ਭੱਜ ਕੇ ਵਿਆਹ ਕਰਵਾ ਲਿਆ। ਪਰ ਮਾਂ, ਜੇ ਮੈਨੂੰ ਪਤਾ ਹੁੰਦਾ ਕਿ ਮੇਰੀ ਇਸ ਹਰਕਤ ਨਾਲ ਤੁਸੀਂ ਹਮੇਸ਼ਾ ਲਈ ਅਪਾਹਜ ਹੋ ਜਾਵੋਗੇ ਤਾਂ ਮੈਂ ਆਪਣੇ ਪਿਆਰ ਨੂੰ ਤੁਹਾਡੇ ਹਵਾਲੇ ਕਰ ਦਿੰਦੀ। ਮਾਂ, ਮੈਨੂੰ ਮਾफ़ ਕਰ ਦਿਓ। ਜੇ ਤੁਸੀਂ ਮੈਨੂੰ ਮਾफ़ ਨਹੀਂ ਕਰੋਗੇ ਤਾਂ ਮੈਂ ਜਿਉਂਦੇ ਜੀ ਹੀ ਮਰ ਜਾਵਾਂਗੀ। ਅਸੀਂ ਸਾਰੇ ਨੇਹਾ ਦੀਆਂ ਗੱਲਾਂ ਸੁਣ ਕੇ ਰੋਣ ਲੱਗੇ ਸੀ। ਮਾਂ ਕਹਿਣ ਲੱਗੀ, ਨੇਹਾ, ਮੈਂ ਤੈਨੂੰ ਸਿਰਫ ਇੱਕ ਸ਼ਰਤ 'ਤੇ ਹੀ ਮਾफ़ ਕਰ ਸਕਦੀ ਹਾਂ। ਜਦ ਤੱਕ ਮੇਰੀ ਈਸ਼ੂ ਦਾ ਵਿਆਹ ਨਹੀਂ ਹੋ ਜਾਂਦਾ, ਉਦੋਂ ਤੱਕ ਤੂੰ ਇਸ ਘਰ ਵਿੱਚ ਇੱਕ ਕਦਮ ਵੀ ਨਹੀਂ ਰੱਖੇਂਗੀ। ਨੇਹਾ ਨੇ ਮਾਂ ਦੀ ਸ਼ਰਤ ਮੰਨ ਲਈ। ਨੇਹਾ ਮੇਰੇ ਕਦਮਾਂ ਵਿੱਚ ਡਿੱਗ ਕੇ ਮੇਰੇ ਤੋਂ ਵੀ ਮਾफ़ੀ ਮੰਗ ਰਹੀ ਸੀ। ਸੁਮਿਤ ਨੇ ਵੀ ਮੇਰੇ ਅੱਗੇ ਹੱਥ ਜੋੜ ਦਿੱਤੇ ਸੀ, ਪਰ ਉਹਨਾਂ ਨੂੰ ਮਾफ़ ਕਰਨ ਦੀ ਹਿੰਮਤ ਮੈਂ ਖੁਦ ਵਿੱਚ ਕਿਵੇਂ ਕਰਦੀ। ਵਕਤ ਗੁਜ਼ਰਦਾ ਗਿਆ।
ਮੇਰਾ ਰਿਜ਼ਲਟ ਵੀ ਆ ਗਿਆ ਸੀ ਤੇ ਮੈਂ ਬਹੁਤ ਵਧੀਆ ਨੰਬਰਾਂ ਨਾਲ ਪਾਸ ਵੀ ਹੋ ਗਈ ਸੀ। ਮੈਂ ਮਾਂ ਤੋਂ ਪਰਮਿਸ਼ਨ ਮੰਗੀ ਕਿ ਉਹ ਮੈਨੂੰ ਸਕੂਲ ਵਿੱਚ ਨੌਕਰੀ ਕਰਨ ਦੇਣ, ਪਰ ਮਾਂ ਨੇ ਨਾ ਵਿੱਚ ਸਿਰ ਹਿਲਾ ਦਿੱਤਾ। ਉਹ ਕਹਿਣ ਲੱਗੀ ਕਿ ਰੱਬ ਦਾ ਦਿੱਤਾ ਸਾਡੇ ਘਰ ਸਭ ਕੁਝ ਤਾਂ ਹੈ, ਪੈਸਾ ਵੀ ਹੈ, ਤੇ ਫਿਰ ਤੂੰ ਕਿਉਂ ਇਹ ਨੌਕਰੀ ਕਰੇਂਗੀ। ਆਪਣੇ ਦੁੱਖ ਵਿੱਚ ਮੈਂ ਇਸ ਤਰ੍ਹਾਂ ਉਲਝ ਗਈ ਸੀ ਕਿ ਮੈਨੂੰ ਦੁਨੀਆਦਾਰੀ ਦਾ ਕੋਈ ਹੋਸ਼ ਹੀ ਨਹੀਂ ਰਿਹਾ ਸੀ। ਮੈਂ ਤਾਂ ਇਹ ਵੀ ਭੁੱਲ ਗਈ ਸੀ ਕਿ ਹਰੇਕ ਸਵੇਰ ਮਾਂ ਦੇ ਸਿਰਹਾਣੇ ਥੱਲੇ ਤੋਂ ਪੈਸੇ ਨਿਕਲਦੇ ਹਨ। ਹੁਣ ਮਾਂ ਦੀਆਂ ਗੱਲਾਂ ਨੇ ਮੇਰੀਆਂ ਅੱਖਾਂ ਖੋਲ੍ਹ ਦਿੱਤੀਆਂ ਸਨ। ਹੁਣ ਮੈਂ ਇਹ ਪੱਕਾ ਠਾਣ ਲਿਆ ਸੀ ਕਿ ਹੁਣ ਤਾਂ ਮੈਂ ਇਹ ਰਾਜ ਪਤਾ ਕਰਕੇ ਹੀ ਰਹਾਂਗੀ। ਇਸ ਲਈ ਮੈਂ ਹੁਣ ਮਾਂ ਦੇ ਕਮਰੇ ਵਿੱਚ ਹੀ ਸੌਣ ਲੱਗੀ ਸੀ। ਮੈਨੂੰ ਮਾਂ ਦੇ ਕਮਰੇ ਵਿੱਚ ਸੌਂਦੀ ਨੂੰ 2 ਰਾਤਾਂ ਹੋ ਗਈਆਂ, ਪਰ ਹੁਣ ਤੱਕ ਮੇਰੇ ਹੱਥ ਕੋਈ ਸੁਰਾਗ ਨਹੀਂ ਲੱਗਿਆ ਸੀ। ਅੱਜ ਤੀਜੀ ਰਾਤ ਸੀ। ਅੱਜ ਮੈਂ ਸੋਚ ਲਿਆ ਸੀ ਕਿ ਇੱਕ ਪਲ ਲਈ ਵੀ ਮੈਂ ਆਪਣੀਆਂ ਅੱਖਾਂ ਬੰਦ ਨਹੀਂ ਕਰਾਂਗੀ। ਹੌਲੀ ਹੌਲੀ ਰਾਤ ਬੀਤ ਰਹੀ ਸੀ, ਇੱਥੋਂ ਤੱਕ ਕਿ ਰਾਤ ਦੇ 3 ਵੱਜ ਗਏ ਸਨ। ਤਦੇ ਬਾਹਰ ਇੱਕ ਅਜਿਹੀ ਆਵਾਜ਼ ਆਈ ਜਿਵੇਂ ਕਿਸੇ ਨੇ ਸਾਡੇ ਘਰ ਵਿੱਚ ਛਾਲ ਮਾਰੀ ਹੋਵੇ। ਮੇਰਾ ਪੂਰਾ ਸਰੀਰ ਕੰਬ ਉੱਠਿਆ ਸੀ। ਸਾਡੇ ਕਮਰੇ ਦੇ ਦਰਵਾਜ਼ੇ ਨੂੰ ਕਿਸੇ ਨੇ ਧਕੇਲ ਕੇ ਖੋਲ੍ਹਿਆ ਸੀ ਤੇ ਕੋਈ ਦੱਬੇ ਪੈਰਾਂ ਨਾਲ ਅੰਦਰ ਦਾਖਲ ਹੋ ਚੁੱਕਿਆ ਸੀ। ਕਮਰੇ ਵਿੱਚ ਦਾਖਲ ਹੋਏ ਇਨਸਾਨ ਨੂੰ ਦੇਖ ਕੇ ਮੈਂ ਦੰਗ ਰਹਿ ਗਈ ਸੀ, ਕਿਉਂਕਿ ਉੱਥੇ ਤਾਂ ਇੱਕ 40 ਕੁ ਸਾਲ ਦਾ ਹੈਂਡਸਮ ਮਰਦ ਖੜਾ ਸੀ। ਮੈਂ ਉਸ ਨੂੰ ਗੌਰ ਨਾਲ ਦੇਖਣ ਲੱਗੀ, ਤਦੇ ਮੇਰੇ ਸਿਰ ਤੇ ਅਸਮਾਨ ਟੁੱਟ ਗਿਆ ਕਿ ਇਹ ਆਦਮੀ ਇੱਥੇ ਕਿਵੇਂ ਪਹੁੰਚ ਗਿਆ। ਅੱਜ ਤੋਂ 7 ਸਾਲ ਪਹਿਲਾਂ ਦੀ ਗੱਲ ਹੈ, ਜਦ ਮੈਂ ਸਕੂਲ ਵਿੱਚ ਪੜ੍ਹਦੀ ਸੀ। ਸਾਡੀ ਕਲਾਸ ਵਿੱਚ ਇੱਕ ਨਵੀਂ ਕੁੜੀ ਨੇ ਦਾਖਲਾ ਲਿਆ ਸੀ, ਜਿਸ ਦਾ ਨਾਮ ਪਲਕ ਸੀ। ਉਹ ਸਾਡੀ ਕਲਾਸ ਵਿੱਚ ਸਾਰੀਆਂ ਕੁੜੀਆਂ ਨਾਲੋਂ ਵੱਡੀ ਸੀ। ਇਸ ਲਈ ਉਸ ਨਾਲ ਕੋਈ ਵੀ ਦੋਸਤੀ ਨਹੀਂ ਕਰਦਾ ਸੀ। ਉਹ ਸਾਰਾ ਦਿਨ ਇਕੱਲੀ ਬੈਠੀ ਰਹਿੰਦੀ ਸੀ। ਇਹ ਦੇਖ ਕੇ ਮੈਨੂੰ ਬੜਾ ਦੁੱਖ ਲੱਗਦਾ। ਫਿਰ ਮੈਂ ਹੀ ਉਸ ਨਾਲ ਦੋਸਤੀ ਕੀਤੀ ਸੀ। ਦੇਖਦੇ ਹੀ ਦੇਖਦੇ ਸਾਡੀ ਦੋਸਤੀ ਕਾਫੀ ਗਹਿਰੀ ਹੋ ਗਈ ਸੀ। ਉਸ ਸਮੇਂ ਮੇਰੇ ਪਿਤਾ ਜੀ ਨੂੰ ਸਵਰਗਵਾਸ ਹੋਏ ਨੂੰ 4 ਸਾਲ ਹੋ ਗਏ ਸੀ ਤੇ ਅਸੀਂ ਸਾਰੀਆਂ ਭੈਣਾਂ ਵੀ ਛੋਟੀਆਂ-ਛੋਟੀਆਂ ਸੀ। 6 ਬੱਚਿਆਂ ਨੂੰ ਇਕੱਲੇ ਪਾਲਣਾ ਆਸਾਨ ਕੰਮ ਨਹੀਂ ਹੁੰਦਾ, ਇਸ ਲਈ ਮਾਂ ਸਾਡੇ ਤੇ ਜ਼ਿਆਦਾ ਧਿਆਨ ਨਹੀਂ ਦੇ ਸਕਦੀ ਸੀ। ਮੈਂ ਤੇ ਨੇਹਾ ਅਕਸਰ ਛੁੱਟੀ ਤੋਂ ਬਾਅਦ ਸਕੂਲ ਵਿੱਚ ਹੀ ਖੇਡਦੀਆਂ ਰਹਿੰਦੀਆਂ ਸੀ। ਮਾਂ ਨੇ ਸਾਨੂੰ ਕਦੇ ਨਹੀਂ ਪੁੱਛਿਆ ਸੀ ਲੇਟ ਆਉਣ ਬਾਰੇ। ਇਸ ਛੂਟ ਕਾਰਨ ਮੈਂ ਹੁਣ ਹਰ ਰੋਜ਼ ਪਲਕ ਦੇ ਘਰ ਜਾ ਕੇ ਖੇਡਣ ਲੱਗੀ ਸੀ। ਇੱਕ ਦਿਨ ਪਲਕ ਬੋਲੀ ਕਿ ਮੈਂ ਤੈਨੂੰ ਆਪਣੀ ਦੂਜੀ ਸਹੇਲੀ ਦੇ ਘਰ ਲੈ ਕੇ ਚੱਲਦੀ ਹਾਂ। ਮੈਂ ਵੀ ਤੁਰੰਤ ਹਾਂ ਕਹਿ ਦਿੱਤਾ। ਫਿਰ ਉਹ ਮੈਨੂੰ ਆਪਣੀ ਸਹੇਲੀ ਦੇ ਘਰ ਲੈ ਗਈ। ਉਸਨੇ ਮੈਨੂੰ ਉੱਥੇ ਡਰਾਇੰਗ ਰੂਮ ਵਿੱਚ ਬਿਠਾਇਆ ਤੇ ਆਪ ਖੁਦ ਬਾਹਰ ਚਲੇ ਗਈ ਤੇ ਕਮਰੇ ਨੂੰ ਲੌਕ ਕਰ ਦਿੱਤਾ। ਲੌਕ ਦੀ ਆਵਾਜ਼ ਸੁਣ ਕੇ ਮੈਂ ਘਬਰਾ ਤਾਂ ਗਈ, ਪਰ ਮੈਂ ਸੋਚਿਆ ਕਿ ਉਹ ਕੋਈ ਸ਼ਰਾਰਤ ਕਰ ਰਹੀ ਹੈ। ਪਰ ਜਦ ਮੈਨੂੰ ਉੱਥੇ ਬੈਠੀ ਨੂੰ ਕਾਫੀ ਦੇਰ ਹੋ ਗਈ ਤਾਂ ਮੈਂ ਸੋਚਿਆ ਕਿ ਇਹ ਕੋਈ ਸ਼ਰਾਰਤ ਨਹੀਂ ਹੈ। ਮੈਂ ਘਬਰਾ ਗਈ ਸੀ ਤੇ ਭੱਜ ਕੇ ਦਰਵਾਜ਼ੇ ਕੋਲ ਜਾ ਕੇ ਦਰਵਾਜ਼ੇ ਨੂੰ ਖੜਕਾਉਣ ਲੱਗੀ। ਉਸੇ ਸਮੇਂ 2 ਆਦਮੀ ਕਮਰੇ ਅੰਦਰ ਦਾਖਲ ਹੋਏ। ਉਹਨਾਂ ਦੀ ਸ਼ਕਲ ਬਹੁਤ ਡਰਾਵਣੀ ਸੀ। ਉਹ ਮੈਨੂੰ ਕਹਿਣ ਲੱਗੇ ਕਿ ਜੇ ਤੂੰ ਰੌਲਾ ਪਾਇਆ ਤਾਂ ਤੈਨੂੰ ਭੁੱਖੇ ਕੁੱਤਿਆਂ ਅੱਗੇ ਸੁੱਟ ਦੇਵਾਂਗੇ। ਮੈਂ ਇਹ ਸੁਣ ਕੇ ਡਰ ਗਈ। ਮੈਨੂੰ ਆਪਣੀ ਮਾਂ ਦੀ ਯਾਦ ਆਉਣ ਲੱਗੀ। ਮੈਂ ਜਾਣਦੀ ਸੀ ਕਿ ਮੇਰੀ ਮਾਂ ਮੇਰੀ ਫਿਕਰ ਵਿੱਚ ਪਾਗਲ ਹੋ ਰਹੀ ਹੋਵੇਗੀ। ਮੈਂ ਰੋ ਰੋ ਕੇ ਰੱਬ ਤੋਂ ਮਦਦ ਮੰਗ ਰਹੀ ਸੀ। ਮੇਰੀ ਆਵਾਜ਼ ਸਾਰੇ ਕਮਰੇ ਵਿੱਚ ਗੂੰਜਣ ਲੱਗੀ। ਮੈਂ ਫਿਰ ਤੋਂ ਉੱਠ ਕੇ ਦਰਵਾਜ਼ਾ ਖੜਕਾਉਣ ਲੱਗੀ। ਇੱਕ ਵਾਰ ਫਿਰ ਤੋਂ ਦਰਵਾਜ਼ਾ ਖੁੱਲ੍ਹਿਆ ਤਾਂ ਮੈਂ ਡਰ ਕੇ 2 ਕਦਮ ਪਿੱਛੇ ਹੋ ਗਈ। ਪਰ ਇਸ ਵਾਰ ਕਮਰੇ ਵਿੱਚ ਦਾਖਲ ਹੋਣ ਵਾਲਾ ਆਦਮੀ ਕੋਈ ਹੋਰ ਹੀ ਸੀ। ਉਹ ਮੈਨੂੰ ਦੇਖ ਕੇ ਚੌਂਕ ਗਿਆ। ਉਹ ਥੋੜ੍ਹੀ ਦੇਰ ਮੈਨੂੰ ਘੂਰ-ਘੂਰ ਕੇ ਵੇਖਣ ਲੱਗਿਆ ਤੇ ਫਿਰ ਬਾਹਰ ਨਿਕਲ ਕੇ ਆਪਣੇ ਦੂਜੇ 2 ਆਦਮੀਆਂ 'ਤੇ ਚਿਲਾਉਣ ਲੱਗਿਆ। ਫਿਰ ਮੈਨੂੰ ਹੱਥ ਤੋਂ ਫੜ ਕੇ ਬਾਹਰ ਲੈ ਗਿਆ ਤੇ ਗੱਡੀ ਵਿੱਚ ਬਿਠਾ ਕੇ ਮੇਰੇ ਘਰ ਦਾ ਪਤਾ ਪੁੱਛਣ ਲੱਗਾ। ਮੈਂ ਆਪਣੇ ਘਰ ਦਾ ਰਸਤਾ ਉਸ ਨੂੰ ਦੱਸਿਆ ਤਾਂ ਉਹ ਖਾਮੋਸ਼ੀ ਨਾਲ ਮੈਨੂੰ ਘਰ ਛੱਡ ਕੇ ਵਾਪਸ ਚਲਿਆ ਗਿਆ। ਮੈਂ ਘਰ ਵਿੱਚ ਦਾਖਲ ਹੋਈ ਤਾਂ ਚੁੱਪਚਾਪ ਆਪਣੇ ਕਮਰੇ ਵਿੱਚ ਜਾ ਕੇ ਬੈਠ ਗਈ। ਐਨੇ ਨੂੰ ਮੇਰੀ ਮਾਂ ਮੇਰੇ ਕਮਰੇ ਵਿੱਚ ਆਈ ਤੇ ਮੇਰੇ 2 ਥੱਪੜ ਮਾਰ ਕੇ ਕਹਿਣ ਲੱਗੀ ਕਿ ਮੈਂ ਤੈਨੂੰ ਕਦੋਂ ਦੀ ਹਾਕਾਂ ਮਾਰ ਰਹੀ ਹਾਂ, ਪਰ ਮਜਾਲ ਆ ਤੂੰ ਇੱਕ ਵਾਰੀ ਵੀ ਜਵਾਬ ਦਿੱਤਾ ਹੋਵੇ। ਮੇਰੀ ਮਾਂ ਨੂੰ ਕੋਈ ਖਬਰ ਹੀ ਨਹੀਂ ਸੀ ਕਿ ਮੈਂ ਇੰਨੇ ਟਾਈਮ ਤੋਂ ਘਰ ਵਿੱਚੋਂ ਗਾਇਬ ਸੀ। ਮੈਨੂੰ ਮਾਂ 'ਤੇ ਗੁੱਸਾ ਆ ਰਿਹਾ ਸੀ। ਉਸ ਦਿਨ ਤੋਂ ਬਾਅਦ ਮੈਂ ਆਪਣੀਆਂ ਭੈਣਾਂ ਦਾ ਖਿਆਲ ਖੁਦ ਹੀ ਰੱਖਣ ਲੱਗੀ ਸੀ। ਅਗਲੇ ਦਿਨ ਜਦ ਮੈਂ ਸਕੂਲ ਗਈ ਤਾਂ ਪਲਕ ਸਕੂਲ ਨਹੀਂ ਆਈ ਸੀ। ਉਸ ਦਿਨ ਤੋਂ ਬਾਅਦ ਉਹ ਕਦੇ ਵੀ ਸਕੂਲ ਨਹੀਂ ਆਈ ਤੇ ਹੁਣ ਰਾਤ ਨੂੰ ਸਾਹਮਣੇ ਉਸ ਆਦਮੀ ਨੂੰ ਦੇਖ ਕੇ ਮੈਂ ਚੌਂਕ ਗਈ ਸੀ, ਕਿਉਂਕਿ ਇਹ ਉਹੀ ਆਦਮੀ ਸੀ ਜੋ ਮੈਨੂੰ ਉਸ ਦਿਨ ਘਰ ਛੱਡ ਕੇ ਗਿਆ ਸੀ। ਹੁਣ ਉਹ ਮੇਰੇ ਘਰ ਕੀ ਲੈਣ ਆਇਆ ਸੀ। ਫਿਰ ਉਸਨੇ ਮਾਂ ਦਾ ਸਿਰਹਾਣਾ ਚੁੱਕਿਆ ਤੇ ਉਸ ਥੱਲੇ ਪੈਸੇ ਰੱਖ ਦਿੱਤੇ। ਉਹ ਜਿਵੇਂ ਹੀ ਪਿੱਛੇ ਮੁੜਨ ਲੱਗਾ, ਮਾਂ ਨੇ ਉਸ ਦਾ ਹੱਥ ਫੜ ਲਿਆ ਤੇ ਉਸ ਨੂੰ ਗੁੱਸੇ ਨਾਲ ਬੋਲੀ, ਕੌਣ ਆ ਤੂੰ। ਮੈਂ ਵੀ ਜਲਦੀ ਨਾਲ ਉੱਠ ਕੇ ਕਮਰੇ ਦੀ ਲਾਈਟ ਜਗਾ ਦਿੱਤੀ। ਮਾਂ ਦੀ ਨਜ਼ਰ ਜਿਵੇਂ ਹੀ ਉਸ ਆਦਮੀ 'ਤੇ ਪਈ,
ਮਾਂ ਚੀਖ ਕੇ ਬੋਲੀ, ਰੋਹਿਤ ਇਹ ਤੂੰ ਸੀ? ਮੈਂ ਅੱਗੇ ਵਧੀ ਤੇ ਰੋਂਦੇ ਹੋਏ ਬੋਲੀ ਕਿ ਆਖਿਰ ਇਹ ਸਭ ਕੀ ਹੋ ਰਿਹਾ ਹੈ, ਕੋਈ ਮੈਨੂੰ ਵੀ ਦੱਸੇਗਾ? ਫਿਰ ਉਸ ਆਦਮੀ ਨੇ ਮੇਰੇ ਸਿਰ ਤੇ ਹੱਥ ਰੱਖ ਕੇ ਕਿਹਾ ਕਿ ਮੈਂ ਤੈਨੂੰ ਸਭ ਕੁਝ ਦੱਸਦਾ ਹਾਂ। ਮੇਰਾ ਨਾਮ ਰੋਹਿਤ ਹੈ। ਮੇਰਾ ਵਿਆਹ ਮੇਰੇ ਪਿਤਾ ਜੀ ਦੇ ਦੋਸਤ ਦੀ ਕੁੜੀ ਨਾਲ ਹੋਇਆ ਸੀ। ਉਹ ਕੁੜੀ ਪਤਾ ਹੈ ਕੌਣ ਸੀ? ਉਹ ਤੇਰੀ ਮਾਂ ਸੀ। ਮੈਨੂੰ ਤੇਰੀ ਮਾਂ ਬਿਲਕੁਲ ਵੀ ਪਸੰਦ ਨਹੀਂ ਸੀ। ਮੈਂ ਇਸ ਨਾਲ ਵਿਆਹ ਨਹੀਂ ਕਰਾਉਣਾ ਚਾਹੁੰਦਾ ਸੀ, ਪਰ ਮੇਰੇ ਪਿਤਾ ਜੀ ਨੇ ਆਪਣੀ ਦੋਸਤ ਦੀ ਦੋਸਤੀ ਖਾਤਰ ਮੇਰਾ ਵਿਆਹ ਇਸ ਨਾਲ ਕਰਵਾ ਦਿੱਤਾ। ਜਦ ਇਹ ਪ੍ਰੈਗਨੈਂਟ ਹੋਈ ਤਾਂ ਮੈਂ ਇਸ 'ਤੇ ਬਦਚਲਨੀ ਦਾ ਇਲਜ਼ਾਮ ਲਗਾ ਦਿੱਤਾ ਤੇ ਕਿਹਾ ਕਿ ਇਹ ਮੇਰੀ ਔਲਾਦ ਨਹੀਂ ਹੈ। ਪਤਾ ਨਹੀਂ ਇਹ ਕਿਸ ਦਾ ਪਾਪ ਆਪਣੀ ਕੋਖ ਵਿੱਚ ਲੈ ਕੇ ਘੁੰਮ ਰਹੀ ਹੈ। ਮੈਂ ਇਸ ਨੂੰ ਬਦਨਾਮ ਕਰਕੇ ਘਰ ਤੋਂ ਕੱਢ ਦਿੱਤਾ ਸੀ ਤਾਂ ਇਸ ਨੇ ਮੈਨੂੰ ਇੱਕ ਬਦਦੁਆ ਦੇ ਦਿੱਤੀ ਸੀ ਕਿ ਤੂੰ ਸਾਰੀ ਉਮਰ ਔਲਾਦ ਨੂੰ ਤਰਸੇਂਗਾ, ਪਰ ਮੈਂ ਇਸ ਦੀ ਗੱਲ 'ਤੇ ਜ਼ਿਆਦਾ ਧਿਆਨ ਨਾ ਦਿੱਤਾ। ਫਿਰ ਮੈਂ ਸ਼ਹਿਰ ਚਲਾ ਗਿਆ ਤੇ ਉੱਥੇ ਛੋਟੀਆਂ-ਮੋਟੀਆਂ ਡਕੈਤੀਆਂ ਕਰਕੇ ਪੈਸਾ ਕਮਾਉਣ ਲੱਗਿਆ ਸੀ। ਫਿਰ ਮੈਂ ਗੁਨਾਹਾਂ ਦੀ ਦਲਦਲ ਵਿੱਚ ਫਸਦਾ ਹੀ ਚਲਾ ਗਿਆ ਤੇ ਮੈਂ ਬੱਚੇ ਕਿਡਨੈਪ ਕਰਨੇ ਸ਼ੁਰੂ ਕਰ ਦਿੱਤੇ। ਤੈਨੂੰ ਵੀ ਪਲਕ ਅਗਵਾ ਕਰਕੇ ਹੀ ਮੇਰੇ ਕੋਲ ਲੈ ਕੇ ਆਈ ਸੀ, ਪਰ ਮੈਂ ਤੈਨੂੰ ਪਹਿਚਾਣ ਲਿਆ ਸੀ। ਉਸ ਦਿਨ ਤੋਂ ਬਾਅਦ ਮੈਂ ਇਸ ਗੁਨਾਹ ਦੇ ਰਸਤੇ ਨੂੰ ਛੱਡ ਦਿੱਤਾ ਸੀ। ਫਿਰ ਮੈਂ ਵਿਆਹ ਕਰਵਾ ਲਿਆ, ਪਰ ਮੈਨੂੰ ਹੁਣ ਤੱਕ ਕੋਈ ਔਲਾਦ ਨਾ ਹੋਈ। ਮੈਂ ਔਲਾਦ ਨੂੰ ਤਰਸਦਾ ਰਿਹਾ ਹਾਂ। ਫਿਰ ਮੈਨੂੰ ਪਤਾ ਲੱਗਿਆ ਕਿ ਤੇਰੀ ਮਾਂ ਨੇ ਵੀ ਦੂਜਾ ਵਿਆਹ ਕਰਵਾ ਲਿਆ ਸੀ। ਫਿਰ ਮੈਨੂੰ ਇਸ ਦੇ ਪਤੀ ਦੇ ਦੇਹਾਂਤ ਦਾ ਪਤਾ ਚੱਲਿਆ ਤੇ ਤੁਹਾਡੀ ਮਜਬੂਰੀ ਦਾ ਪਤਾ ਚੱਲਿਆ। ਫਿਰ ਮੈਂ ਰਾਤ ਦੇ ਅੰਧੇਰੇ ਵਿੱਚ ਰੱਬ ਨੂੰ ਗਵਾਹ ਮੰਨ ਕੇ ਤੁਹਾਡੀ ਮਦਦ ਕਰਨ ਲੱਗਿਆ ਸੀ। ਹੁਣ ਮੈਂ ਤੁਹਾਡੇ ਦੋਨਾਂ ਦੇ ਅੱਗੇ ਹੱਥ ਜੋੜ ਕੇ ਮਾफ़ੀ ਮੰਗਦਾ ਹਾਂ, ਮੈਨੂੰ ਮਾफ़ ਕਰ ਦਿਓ। ਮੇਰੀ ਮਾਂ ਨੇ ਕਿਹਾ ਕਿ ਜਾ, ਤੈਨੂੰ ਮੈਂ ਮਾफ़ ਕਰ ਦਿੱਤਾ ਤੇ ਹੁਣ ਆਪਣੀ ਸ਼ਕਲ ਮੈਨੂੰ ਦੁਬਾਰਾ ਨਾ ਦਿਖਾਈ ਤੇ ਨਾ ਹੀ ਪੈਸੇ ਭੇਜੀ। ਮੈਂ ਵੀ ਮਾਂ ਦੀ ਤਰ੍ਹਾਂ ਆਪਣੇ ਉਸ ਬਾਪ ਨੂੰ ਮਾफ़ ਕਰ ਦਿੱਤਾ ਸੀ ਜਿਸ ਨੂੰ ਮੈਂ ਨਾ ਕਦੇ ਆਪਣਾ ਬਾਪ ਮੰਨਿਆ ਸੀ ਤੇ ਨਾ ਹੀ ਜਾਣਿਆ ਸੀ। ਹੁਣ ਮੈਂ ਸਕੂਲ ਵਿੱਚ ਜੌਬ ਕਰਦੀ ਹਾਂ ਤੇ ਬਿਨਾਂ ਕਿਸੇ ਦੇ ਅਹਿਸਾਨ ਤੋਂ ਅਸੀਂ ਆਪਣੀ ਜ਼ਿੰਦਗੀ ਵਧੀਆ ਗੁਜ਼ਾਰ ਰਹੇ ਹਾਂ। ਤਾਂ ਦੋਸਤੋ ਇਹ ਸੀ ਅੱਜ ਦੀ ਕਹਾਣੀ ਤੁਹਾਨੂੰ ਕਿੱਦਾਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜੀ। ਧੰਨਵਾਦ ਜੀ।